गुड मॉर्निंग बच्चों, मैं हाँ संतोख सिंह ਅਤੇ ਤੁਹਾਡਾ ਮੇਰੇ YouTube ਚੈਨਲ ਜਪਜੀ ਇਨਫੋਟੈਕ ਤੇ ਸਵਾਗਤ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਕੰਪਿਊਟਰ ਨਾਲ ਸੰਬੰਧਿਤ ਨਵੀਂ ਐਜੂਕੇਸ਼ਨ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਣ ਤਾਂ ਉਸ ਦੇ ਲਈ ਤੁਸੀਂ ਮੇਰੇ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਕੰਪਿਊਟਰ ਵਿਸ਼ੇ ਨਾਲ ਸੰਬੰਧਿਤ ਹੋਰ ਵੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਬੱਚਿਓ, ਅੱਜ ਅਸੀਂ ਕੰਪਿਊਟਰ ਸਾਇੰਸ ਜਮਾਤ 6ਵੀਂ ਪਾਠ ਦੂਜਾ ਕੰਪਿਊਟਰ ਦੀ ਕਾਰਜ ਪ੍ਰਣਾਲੀ ਬਾਰੇ ਪੜਾਂਗੇ। ਇਸ ਪਾਠ ਵਿੱਚ ਅਸੀਂ ਵੱਖ-ਵੱਖ ਵਿਸ਼ੇ ਕਵਰ ਕਰਨੇ ਹਨ। ਜਿੱਦਾਂ ਪਹਿਲਾ ਟੌਪਿਕ ਹੈ ਸਾਡਾ ਕੰਪਿਊਟਰ ਦੇ ਮੁੱਢਲੇ ਕੰਮ ਕੀ ਹਨ, CPU ਦਾ ਬਲਾਕ ਚਿੱਤਰ ਉਹਨੂੰ ਆਪਾਂ ਸਮਝਾਂਗੇ। ਉਸ ਤੋਂ ਇਲਾਵਾ ਕੰਪਿਊਟਰ ਦੀਆਂ ਕਿਸਮਾਂ ਕਿਹੜੀਆਂ ਹਨ ਤੇ ਇਹ ਤਿੰਨ ਜਿਹੜੇ ਟੌਪਿਕ ਹੈ ਉਹ ਅਸੀਂ ਇਸ ਪੂਰੀ ਵੀਡੀਓ ਦੌਰਾਨ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਬਾਅਦ ਕੰਪਿਊਟਰ ਕੀ ਹੈ। ਜਿਵੇਂ ਕਿ ਬੱਚਿਓ, ਅਸੀਂ ਪਾਠ ਪਹਿਲਾ ਦੀ ਵੀਡੀਓ ਪਹਿਲਾਂ ਬਣਾ ਚੁੱਕੇ ਹਾਂ। ਉਸ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਕੰਪਿਊਟਰ ਕੀ ਹੈ। ਹਜੇ ਤੱਕ ਅਸੀਂ ਇਹ ਦੇਖਿਆ ਹੈ ਕਿ ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜਿਸ ਦੀ ਵਰਤੋਂ ਇਨਪੁਟ ਦੇਣ, ਉਸ ਇਨਪੁਟ ਉੱਪਰ ਪ੍ਰਕਿਰਿਆਵਾਂ ਜਾਂ ਪ੍ਰੋਸੈਸਿੰਗ ਕਰਨ ਅਤੇ ਪ੍ਰੋਸੈਸਿੰਗ ਕਰਨ ਤੋਂ ਬਾਅਦ ਪ੍ਰਾਪਤ ਨਤੀਜੇ ਨੂੰ ਆਉਟਪੁੱਟ ਦੇ ਰੂਪ ਵਿੱਚ ਕਿਹਾ ਜਾਂਦਾ ਹੈ ਅਤੇ ਉਸ ਆਉਟਪੁੱਟ ਨੂੰ ਅਸੀਂ ਕੰਪਿਊਟਰ ਦੀ ਮੈਮਰੀ ਵਿੱਚ ਪੱਕੇ ਤੌਰ ਤੇ ਸਟੋਰ ਕਰਕੇ ਵੀ ਰੱਖ ਸਕਦੇ ਹਾਂ। ਤਾਂ ਬੇਸਿਕਲੀ ਸਾਡੇ ਕੰਪਿਊਟਰ ਕੀ ਹੈ, ਇਹਦੇ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਇਸ ਦੇ ਚਾਰ ਕੰਮ ਹਨ: ਇਨਪੁਟ ਲੈਣਾ, ਪ੍ਰੋਸੈਸਿੰਗ ਕਰਨੀ, ਆਉਟਪੁੱਟ ਦੇਣਾ ਜਾਂ ਨਤੀਜਾ ਪ੍ਰਾਪਤ ਕਰਨਾ ਤੇ ਲਾਸਟ ਹੈ ਉਸ ਨਤੀਜੇ ਜਾਂ ਆਉਟਪੁੱਟ ਨੂੰ ਕੰਪਿਊਟਰ ਦੀ ਯਾਦਾਂ ਵਿੱਚ ਸਟੋਰ ਕਰਕੇ ਰੱਖਣਾ। ਉਸ ਤੋਂ ਇਲਾਵਾ ਇਹ ਡਾਟਾ, ਤਸਵੀਰਾਂ, ਆਵਾਜ਼ ਅਤੇ ਗ੍ਰਾਫਿਕਸ ਨੂੰ ਪ੍ਰੋਸੈਸ ਕਰਕੇ ਰੱਖ ਸਕਦਾ ਹੈ। ਇਹ ਗੁੰਝਲਦਾਰ ਸਮੱਸਿਆ ਨੂੰ ਤੇਜ਼ੀ ਨਾਲ ਅਤੇ ਸ਼ੁੱਧਤਾ ਨਾਲ ਹੱਲ ਕਰ ਸਕਦਾ ਹੈ। ਉਸ ਤੋਂ ਬਾਅਦ ਅਸੀਂ ਪੜ੍ਹਾਂਗੇ ਕੰਪਿਊਟਰ ਦੀਆਂ ਮੁੱਖ ਗਤੀਵਿਧੀਆਂ ਕਿਹੜੀਆਂ ਹਨ। ਪਹਿਲਾਂ ਅਸੀਂ ਪੜ੍ਹਾਂਗੇ ਕੰਪਿਊਟਰ ਮੁੱਖ ਤੌਰ ਤੇ ਮੁੱਢਲੀਆਂ 5 ਗਤੀਵਿਧੀਆਂ ਕਰ ਸਕਦਾ ਹੈ, ਜਿਸ ਵਿੱਚ ਸਾਡੀ ਪਹਿਲੀ ਗਤੀਵਿਧੀ ਹੈ ਇਹ ਇਨਪੁਟ ਰਾਹੀਂ ਡਾਟਾ ਅਤੇ ਹਦਾਇਤਾਂ ਸਵੀਕਾਰ ਕਰਦਾ ਹੈ। ਇਹ ਡਾਟਾ ਸਟੋਰ ਕਰਦਾ ਹੈ। ਇਹ ਯੂਜ਼ਰ ਦੀ ਜ਼ਰੂਰਤ ਅਨੁਸਾਰ ਡਾਟਾ ਨੂੰ ਪ੍ਰੋਸੈਸ ਕਰਦਾ ਹੈ ਤੇ ਲਾਸਟ ਹੈ ਇਹ ਸਾਨੂੰ ਆਉਟਪੁੱਟ ਦੇ ਰੂਪ ਵਿੱਚ ਨਤੀਜਾ ਦਿੰਦਾ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਨਪੁਟ ਦੇਣ ਦਾ ਜ਼ਰੀਆ ਕੀ ਹੋਏਗਾ, ਕੀਬੋਰਡ ਜਾਂ ਮਾਊਸ ਰਾਹੀਂ। ਪ੍ਰੋਸੈਸਿੰਗ CPU ਰਾਹੀਂ ਕੀਤੀ ਜਾਂਦੀ ਹੈ। ਆਉਟਪੁੱਟ ਇਸ ਇਨਪੁਟ ਉੱਪਰ ਜਦੋਂ ਪ੍ਰੋਸੈਸਿੰਗ ਹੋ ਜਾਂਦੀ ਹੈ ਸਾਨੂੰ ਜੋ ਨਤੀਜਾ ਪ੍ਰਾਪਤ ਹੁੰਦਾ ਉਸ ਨੂੰ ਆਪਾਂ ਆਉਟਪੁੱਟ ਕਹਿੰਦੇ ਹਾਂ ਤੇ ਜੋ ਵੀ ਆਉਟਪੁੱਟ ਸਾਨੂੰ ਪ੍ਰਾਪਤ ਹੁੰਦੀ ਹੈ ਉਸ ਨੂੰ ਆਪਾਂ ਸਟੋਰੇਜ ਕਹਿੰਦੇ ਹਾਂ। ਉਸ ਨੂੰ ਆਪਾਂ ਸਟੋਰੇਜ ਵਿੱਚ ਪੱਕੇ ਤੌਰ ਤੇ ਸਟੋਰ ਕਰ ਸਕਦੇ ਹਾਂ। ਇਹ ਕੰਪਿਊਟਰ ਦੀਆਂ ਅੰਦਰੂਨੀ ਗਤੀਵਿਧੀਆਂ ਤੇ ਕੰਟਰੋਲ ਰੱਖਦਾ ਹੈ। ਉਸ ਤੋਂ ਬਾਅਦ ਅਸੀਂ ਪੜ੍ਹਾਂਗੇ ਕੰਪਿਊਟਰ ਦੇ ਮੁੱਖ ਕੰਮ ਕਿਹੜੇ ਹਨ। ਜਿਵੇਂ ਕਿ ਅਸੀਂ ਹੁਣੇ ਪਿਛਲੀ ਸਨੈਪ 'ਚ ਪੜ੍ਹਿਆ ਕਿ ਕੰਪਿਊਟਰ ਦੇ ਮੁੱਖ ਕਿਹੜੇ ਕੰਮ ਹਨ: ਇਨਪੁਟ, ਪ੍ਰੋਸੈਸ, ਆਉਟਪੁੱਟ ਅਤੇ ਸਟੋਰੇਜ। ਪਹਿਲਾਂ ਅਸੀਂ ਪੜ੍ਹਾਂਗੇ ਇਨਪੁਟ। ਕੰਪਿਊਟਰ ਨੂੰ ਭੇਜੀ ਜਾਣ ਵਾਲੀ ਕਮਾਂਡ ਜਾਂ ਡਾਟਾ ਜਾਂ ਹਦਾਇਤ ਨੂੰ ਇਨਪੁਟ ਕਿਹਾ ਜਾਂਦਾ ਹੈ ਅਤੇ ਇਸ ਇਨਪੁਟ ਨੂੰ ਦੇਣ ਦਾ ਜ਼ਰੀਆ, ਮਤਲਬ ਜਿਹਦੇ ਰਾਹੀਂ ਅਸੀਂ ਇਨਪੁਟ ਦਿੰਦੇ ਹਾਂ, ਉਹ ਸਾਡੇ ਕੋਲ ਹੁੰਦੇ ਆ। ਜਿਵੇਂ ਕਿ ਤੁਸੀਂ ਫੋਟੋ ਵਿੱਚ ਦੇਖ ਪਾ ਰਹੇ ਹੋ, ਮਾਊਸ, ਕੀਬੋਰਡ, ਸਕੈਨਰ, ਜੋਇਸਟਿਕ, ਮਾਈਕ, ਵੈਬਕੈਮ। ਇਹ ਸਾਰੇ ਸਾਡੇ ਕੋਲ ਕੀ ਨੇ, ਇਨਪੁੱਟ ਯੰਤਰ ਜਾਂ ਇਨਪੁੱਟ ਡਿਵਾਈਸ ਹਨ। ਦੂਸਰਾ ਮੁੱਖ ਕੰਮ ਹੈ ਪ੍ਰੋਸੈਸਿੰਗ। ਕੰਪਿਊਟਰ ਵੱਲੋਂ ਹਾਰਡਵੇਅਰ ਅਤੇ ਸੌਫਟਵੇਅਰ ਦੀ ਸਹਾਇਤਾ ਨਾਲ ਕੀਤੀ ਜਾਣ ਵਾਲੀ ਪ੍ਰੋਸੈਸਿੰਗ, ਜਿਸ ਦੇ ਕਰਕੇ ਨਤੀਜਾ ਪ੍ਰਾਪਤ ਹੁੰਦਾ ਹੈ, ਉਸ ਪ੍ਰਕਿਰਿਆ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਤੀਸਰਾ ਕੰਮ ਹੈ ਆਉਟਪੁੱਟ। ਕੰਪਿਊਟਰ ਵੱਲੋਂ ਪ੍ਰਾਪਤ ਨਤੀਜਿਆਂ ਨੂੰ ਜਾਂ ਪਰਿਣਾਮ ਨੂੰ ਅਸੀਂ ਆਉਟਪੁੱਟ ਕਹਿੰਦੇ ਹਾਂ। ਚੌਥਾ ਸਟੋਰੇਜ। ਵੱਖ-ਵੱਖ ਸਟੋਰੇਜ ਯੰਤਰ ਜਿਵੇਂ ਕਿ ਹਾਰਡ ਡਿਸਕ, ਪੈਨ ਡਰਾਈਵ, ਆਪਟੀਕਲ ਡਿਸਕ ਦੀ ਵਰਤੋਂ ਕਰਕੇ ਨਤੀਜਿਆਂ ਨੂੰ ਸੁਰੱਖਿਅਤ ਰੱਖਣ ਦੀ ਪ੍ਰਕਿਰਿਆ ਨੂੰ ਸਟੋਰੇਜ ਕਿਹਾ ਜਾਂਦਾ ਹੈ। ਉਸ ਤੋਂ ਅੱਗੇ ਅਸੀਂ
ਉਸ ਤੋਂ ਅੱਗੇ ਅਸੀਂ ਪੜਾਂਗੇ ਸਟੋਰੇਜ ਦੇ ਆਮ ਤੌਰ ਤੇ ਜਾਂ ਮੁੱਖ ਤੌਰ ਤੇ ਕੀ ਕੰਮ ਕਰਦਾ ਹੈ। ਇਸ ਦੇ ਮੁੱਖ ਤੌਰ ਤੇ ਦੋ ਕੰਮ ਹਨ। ਪਹਿਲਾ ਹੈ ਪ੍ਰੋਸੈਸਿੰਗ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਰਾ ਡਾਟਾ ਅਤੇ ਹਦਾਇਤਾਂ ਇਸ ਜਗ੍ਹਾ ਵਿੱਚ ਸਟੋਰ ਹੁੰਦੀਆਂ ਹਨ। ਮਤਲਬ ਜਦੋਂ ਅਸੀਂ ਕੰਪਿਊਟਰ ਨੂੰ ਕੋਈ ਡਾਟਾ ਭੇਜਦੇ ਹਾਂ, ਉਹ ਸਭ ਤੋਂ ਪਹਿਲਾਂ ਕੰਪਿਊਟਰ ਦੀ ਯਾਦਾਂ ਵਿੱਚ ਕਿਸੇ ਸਟੋਰ ਹੁੰਦਾ ਹੈ, ਅਤੇ ਪ੍ਰੋਸੈਸਿੰਗ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਸਾਰਾ ਡਾਟਾ ਅਤੇ ਹਦਾਇਤਾਂ ਇਸ ਜਗ੍ਹਾ ਵਿੱਚ ਸਟੋਰ ਹੁੰਦੀਆਂ ਹਨ। ਦੂਸਰਾ ਪੁਆਇੰਟ ਹੈ ਪ੍ਰੋਸੈਸਿੰਗ ਦੇ ਵਿਚਕਾਰਲੇ ਨਤੀਜੇ ਵੀ ਇਸ ਜਗ੍ਹਾ ਵਿੱਚ ਸਟੋਰ ਹੁੰਦੇ ਹਨ। ਇਹਦਾ ਮਤਲਬ ਇਹਦਾ ਭਾਵ ਇਹ ਹੈ ਵੀ ਜੋ ਵੀ ਡਾਟਾ ਆਪਾਂ ਦੇਵਾਂਗੇ ਉਸ ਡਾਟੇ ਉੱਪਰ ਜਿਹੜੀਆਂ ਹਦਾਇਤਾਂ ਲਾਗੂ ਹੋਣਗੀਆਂ ਉਹ ਸਾਰੀਆਂ ਹਦਾਇਤਾਂ ਵੀ ਇਸ ਵਿੱਚ ਹੀ ਸਟੋਰ ਹੁੰਦੀਆਂ ਹਨ। ਉਸ ਤੋਂ ਬਾਅਦ ਹੁਣ ਅਸੀਂ ਦੇਖਾਂਗੇ ਕੰਪਿਊਟਰ ਦਾ ਬਲੌਕ ਡਾਇਗਰਾਮ। ਪਹਿਲਾ ਹੈਗਾ ਇਨਪੁਟ ਯੰਤਰ। ਜਿਵੇਂ ਕਿ ਅਸੀਂ ਹੁਣੇ ਪਿੱਛੇ ਪੜ੍ਹ ਚੁੱਕੇ ਹਾਂ ਇਨਪੁਟ ਯੰਤਰ ਕੀ ਹੈ। ਇਨਪੁਟ ਯੰਤਰ ਉਹ ਜਿਹਾ ਹੈ ਜਿਹਦੇ ਰਾਹੀਂ ਅਸੀਂ ਪ੍ਰੋਗਰਾਮ ਅਤੇ ਡਾਟਾ ਨੂੰ CPU ਤੱਕ ਪਹੁੰਚਾ ਸਕਦੇ ਹਾਂ। ਫਿਰ ਇਸ CPU ਦਾ ਕੰਮ ਹੈ ਜੋ ਵੀ ਪ੍ਰੋਗਰਾਮ ਜਾਂ ਡਾਟਾ ਇਨਪੁਟ ਯੰਤਰ ਰਾਹੀਂ CPU ਤੱਕ ਪਹੁੰਚਿਆ ਉਸ ਉੱਪਰ ਪ੍ਰਕਿਰਿਆ ਕਰਨੀ ਹੈ ਜਾਂ ਪ੍ਰੋਸੈਸਿੰਗ ਕਰਨੀ। ਪ੍ਰੋਸੈਸਿੰਗ ਕਰਨ ਤੋਂ ਬਾਅਦ ਉਸ ਡਾਟੇ ਨੂੰ ਆਉਟਪੁੱਟ ਯੂਨਿਟ ਰਾਹੀਂ ਰਿਜ਼ਲਟ ਦੇ ਰੂਪ ਵਿੱਚ ਮੋਨੀਟਰ ਜਾਂ ਪ੍ਰਿੰਟਰ ਉੱਪਰ ਪੇਸ਼ ਕਰ ਦੇਣਾ। ਬੱਚੇ ਹੁਣ ਅਸੀਂ ਕੰਪਿਊਟਰ ਦੇ ਬਲੌਕ ਡਾਇਗਰਾਮ ਵਿੱਚ ਅਗਲੇ ਯੂਨਿਟ ਯਾਨੀ ਕਿ CPU ਯੂਨਿਟ ਬਾਰੇ ਜਾਣਾਂਗੇ। CPU ਨੂੰ ਕੰਪਿਊਟਰ ਦਾ ਦਿਮਾਗ ਜਾਂ ਬ੍ਰੇਨ ਵੀ ਕਿਹਾ ਜਾਂਦਾ ਹੈ। ਇਹ ਇੱਕ ਇਲੈਕਟ੍ਰੋਨਿਕ ਚਿਪ ਹੁੰਦੀ ਹੈ ਜੋ ਕਿ ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ ਅਤੇ ਪ੍ਰਾਇਮਰੀ ਮੈਮਰੀ ਤੋਂ ਮਿਲ ਕੇ ਬਣੀ ਹੋਈ ਹੁੰਦੀ ਹੈ। ਸਾਰੀ ਤਰ੍ਹਾਂ ਜਿਹੜੀ ਪ੍ਰੋਸੈਸਿੰਗ ਹੈ ਉਹ CPU ਦੇ ਵਿੱਚ ਹੀ ਕੀਤੀਆਂ ਜਾਂਦੀਆਂ ਹਨ। ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਜਿੱਦਾਂ ਕਿਸੇ ਕ੍ਰਮ ਨੂੰ ਨਿਰਧਾਰਿਤ ਕਰਨਾ, ਕੰਪਿਊਟਰ ਵੱਲੋਂ ਵੱਖ-ਵੱਖ ਚੀਜ਼ਾਂ ਨੂੰ ਕੰਟਰੋਲ ਕਰਨਾ ਅਤੇ ਡਾਟਾ ਨੂੰ ਪ੍ਰੋਸੈਸ ਕਰਨਾ, ਇਹ ਸਾਰੇ ਕੰਮ CPU ਵੱਲੋਂ ਹੀ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਅਸੀਂ ਜਾਣਾਂਗੇ ਕੰਪਿਊਟਰ ਯੂਨਿਟ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਮੈਮਰੀ ਯੂਨਿਟ, ਕੰਟਰੋਲ ਯੂਨਿਟ ਅਤੇ ਅਰਥਮੈਟਿਕ ਲੌਜਿਕ ਯੂਨਿਟ। ਬੱਚੇ ਹੁਣ ਅਸੀਂ ਮੈਮਰੀ ਯੂਨਿਟ ਬਾਰੇ ਜਾਣਾਂਗੇ। ਕੰਪਿਊਟਰ ਦੇ ਵਿੱਚ ਮੈਮਰੀ ਦੀ ਵਰਤੋਂ ਡਾਟਾ, ਪ੍ਰੋਗਰਾਮ ਜਾਂ ਹਦਾਇਤਾਂ ਨੂੰ ਸਥਾਈ ਜਾਂ ਅਸਥਾਈ ਤੌਰ ਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਤਾਂ ਕਿ ਪ੍ਰੋਸੈਸਿੰਗ ਦੇ ਦੌਰਾਨ ਜਾਂ ਬਾਅਦ ਵਿੱਚ ਜ਼ਰੂਰਤ ਪੈਣ 'ਤੇ ਅਸੀਂ ਉਸ ਡਾਟੇ ਦੀ ਵਰਤੋਂ ਕਰ ਸਕੀਏ। ਮੈਮਰੀ ਦੀ ਵਰਤੋਂ ਪ੍ਰੋਸੈਸਿੰਗ ਤੋਂ ਬਾਅਦ ਜੋ ਨਤੀਜੇ ਸਾਨੂੰ ਪ੍ਰਾਪਤ ਹੁੰਦੇ ਹਨ ਉਸ ਨੂੰ ਸਟੋਰ ਕਰਨ ਲਈ ਵੀ ਕੀਤੀ ਜਾਂਦੀ ਹੈ। ਹੁਣ ਅਸੀਂ ਜਾਣਾਂਗੇ ਮੈਮਰੀ ਯੂਨਿਟ। ਮੈਮਰੀ ਯੂਨਿਟ ਕੰਪਿਊਟਰ ਸਿਸਟਮ ਦਾ ਉਹ ਭਾਗ ਹੈ ਜਿੱਥੇ ਪ੍ਰੋਸੈਸਿੰਗ ਲਈ ਡਾਟਾ ਅਤੇ ਹਦਾਇਤਾਂ ਨੂੰ ਰੱਖਿਆ ਜਾਂਦਾ ਹੈ। ਭਾਵੇਂ ਕਿ CPU ਦੇ ਨਾਲ ਬਹੁਤ ਨਜ਼ਦੀਕੀ ਸੰਬੰਧ ਰੱਖਦਾ ਹੈ, ਪਰ ਅਸਲ ਵਿੱਚ ਇਹ ਉਸ ਤੋਂ ਵੱਖਰਾ ਹੁੰਦਾ ਹੈ। CPU ਨਾਲ ਸੰਬੰਧਿਤ ਮੈਮਰੀ ਨੂੰ ਪ੍ਰਾਇਮਰੀ ਸਟੋਰੇਜ ਜਾਂ ਪ੍ਰਾਇਮਰੀ ਮੈਮਰੀ ਵੀ ਕਿਹਾ ਜਾਂਦਾ ਹੈ। ਅਸੀਂ ਫਲੋਪੀ ਡਿਸਕ, ਹਾਰਡ ਡਿਸਕ, CD, DVD, ROM ਰਾਹੀਂ ਜੋ ਵੀ ਸੌਫਟਵੇਅਰ ਕੰਪਿਊਟਰ ਸਿਸਟਮ 'ਤੇ ਲੋਡ ਕਰਦੇ ਹਾਂ, ਪਹਿਲਾਂ ਇਹ ਮੁੱਖ ਮੈਮਰੀ ਵਿੱਚ ਹੀ ਸਟੋਰ ਹੁੰਦਾ ਹੈ। ਹੁਣ ਅੱਗੇ ਅਸੀਂ ਪੜ੍ਹਾਂਗੇ ਮੈਮਰੀ ਦੀਆਂ ਕਿਸਮਾਂ। ਕੰਪਿਊਟਰ ਸਿਸਟਮ ਦੇ ਅੰਦਰ ਦੋ ਕਿਸਮ ਦੀਆਂ ਮੈਮਰੀਜ਼ ਹੁੰਦੀਆਂ ਹਨ, ਜਿਸ ਵਿੱਚ ਪਹਿਲੀ ਹੈ ਪ੍ਰਾਇਮਰੀ ਮੈਮਰੀ ਅਤੇ ਦੂਸਰੀ ਹੈ ਸੈਕੰਡਰੀ ਮੈਮਰੀ। ਹੁਣ ਅਸੀਂ ਪ੍ਰਾਇਮਰੀ ਮੈਮਰੀ ਬਾਰੇ ਜਾਣਾਂਗੇ। ਪ੍ਰਾਇਮਰੀ ਮੈਮਰੀ ਜਿਹੜੀ ਪ੍ਰਾਇਮਰੀ ਮੈਮਰੀ ਹੈ ਉਹ CPU ਦੇ ਨਾਲ ਸਿੱਧੇ ਤੌਰ 'ਤੇ ਜੁੜੀ ਹੁੰਦੀ ਹੈ ਅਤੇ ਹਰ ਸਮੇਂ ਕੰਪਿਊਟਰ ਦੇ ਨਾਲ ਜੁੜੀ ਰਹਿੰਦੀ ਹੈ ਅਤੇ ਇਸ ਕਰਕੇ ਇਸ ਨੂੰ ਪ੍ਰਾਇਮਰੀ ਮੈਮਰੀ ਜਾਂ ਮੇਨ ਮੈਮਰੀ ਕਿਹਾ ਜਾਂਦਾ ਹੈ। ਇਹ ਵੱਖ-ਵੱਖ ਛੋਟੇ-ਛੋਟੇ ਭਾਗਾਂ ਵਿੱਚ ਵੰਡੀ ਹੁੰਦੀ ਹੈ ਜਿਹਨੂੰ ਲੋਕੇਸ਼ਨ ਜਾਂ ਸੈੱਲ ਕਹਿੰਦੇ ਹਨ। ਹਰੇਕ ਲੋਕੇਸ਼ਨ ਵਿੱਚ ਇੱਕ ਨਿਸ਼ਚਿਤ ਬਿਟ ਜਿਸ ਨੂੰ ਆਪਾਂ ਵਰਡ ਲੈਂਥ ਕਹਿੰਦੇ ਹਨ ਸਟੋਰ ਕੀਤੀ ਜਾ ਸਕਦੀ ਹੈ। ਕੰਪਿਊਟਰ ਵਿੱਚ ਵਰਡ ਲੈਂਥ 8 ਬਿਟ, 16 ਬਿਟ, 32 ਬਿਟ ਜਾਂ 64 ਬਿਟ ਦੀ ਹੋ ਸਕਦੀ ਹੈ। ਪ੍ਰਾਇਮਰੀ ਮੈਮਰੀ ਆਮ ਤੌਰ 'ਤੇ ਇੱਕ ਇਲੈਕਟ੍ਰੋਨਿਕ ਸਰਕਟ ਦਾ ਹੀ ਵਰਤੋਂ ਕਰਦੀ ਹੈ ਜੋ ਸਿਲੀਕੋਨ ਚਿਪ ਦੇ ਬਣੇ ਹੋਏ ਹੁੰਦੇ ਹਨ। ਇਸ ਤੋਂ ਇਲਾਵਾ ਪ੍ਰਾਇਮਰੀ ਮੈਮਰੀ ਨੂੰ ਅਸੀਂ ਮੁੱਖ ਮੈਮਰੀ ਵੀ ਕਹਿੰਦੇ ਹਾਂ
ਇਹ ਆਮ ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਹੈ ਰੈਮ, ਦੂਸਰੀ ਰੋਮ। ਹੁਣ ਪਹਿਲਾਂ ਅਸੀਂ ਜਾਣਾਂਗੇ ਰੈਮ ਬਾਰੇ। ਰੈਮ ਦੀ ਵਰਤੋਂ ਕੰਪਿਊਟਰ ਰਾਹੀਂ ਡਾਟਾ ਨੂੰ ਆਰਜੀ ਜਾਂ ਅਸਥਾਈ ਤੌਰ ਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਕੰਪਿਊਟਰ ਸਿਸਟਮ ਨੂੰ ਸਵਿਚ ਆਫ ਕਰਨ ਜਾਂ ਅਚਾਨਕ ਬਿਜਲੀ ਦਾ ਕੱਟ ਲੱਗ ਜਾਣ ਜਾਂ ਬਿਜਲੀ ਬੰਦ ਹੋਣ ਦੇ ਨਾਲ ਇਸ ਵਿੱਚ ਪਿਆ ਜਾਂ ਰੈਮ ਵਿੱਚ ਪਿਆ ਸਾਰਾ ਡਾਟਾ ਨਸ਼ਟ ਹੋ ਜਾਂਦਾ ਹੈ। ਇਸ ਲਈ ਇਸ ਨੂੰ ਵੋਲਾਟਾਈਲ ਮੈਮਰੀ ਵੀ ਕਹਿੰਦੇ ਹਨ। ਵੋਲਾਟਾਈਲ ਦਾ ਮਤਲਬ ਹੈ ਵੀ ਜੋ ਵੀ ਡਾਟਾ 'ਚ ਪਿਆ ਹੋਏਗਾ ਉਹ ਸਾਰਾ ਡਿਲੀਟ ਹੋ ਜਾਂਦਾ ਹੈ। ਤੇ ਜਦੋਂ ਤੱਕ ਲਾਈਟ ਰਹੇਗੀ ਇਸ ਵਿੱਚ ਪਿਆ ਡਾਟਾ ਇਸ ਵਿੱਚ ਮੌਜੂਦ ਰਹੇਗਾ। ਜਿੱਦਾਂ ਹੀ ਲਾਈਟ ਚਲੀ ਜਾਏਗੀ ਇਸ ਵਿੱਚ ਡਾਟਾ ਜਿਹੜਾ ਉਹ ਸਾਰਾ ਮਿਟ ਜਾਂਦਾ ਹੈ। ਰੈਮ ਦਾ ਪੂਰਾ ਨਾਮ ਹੈ ਰੈਂਡਮ ਐਕਸੈਸ ਮੈਮਰੀ। ਇਸ ਨੂੰ ਆਪਾਂ ਸ਼ੋਰਟ 'ਚ ਰੈਮ ਕਹਿੰਦੇ ਹਾਂ। ਉਸ ਤੋਂ ਬਾਅਦ ਅਸੀਂ ਜਾਣਾਂਗੇ ਰੋਮ। ਰੋਮ ਵਿੱਚ ਉਹ ਸਾਰੀਆਂ ਹਦਾਇਤਾਂ ਅਤੇ ਸੂਚਨਾ ਸਟੋਰ ਹੁੰਦੀ ਹੈ ਜੋ ਕਿ ਕੰਪਿਊਟਰ ਨੂੰ ਸ਼ੁਰੂ ਹੋਣ ਲਈ ਜ਼ਰੂਰੀ ਹੁੰਦੀ ਹੈ। ਜਿਵੇਂ ਕਿ ਜਦੋਂ ਅਸੀਂ ਆਪਣੇ ਕੰਪਿਊਟਰ ਦੀ ਪਾਵਰ ਔਨ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਆਪਰੇਟਿੰਗ ਸਿਸਟਮ ਹੈ ਉਹਦਾ ਸਟਾਰਟਿੰਗ ਐਡਰੈਸ ਕਿੱਥੇ ਹੈ ਅਤੇ ਉਹ ਕਿੱਥੇ ਪਿਆ ਹੋਇਆ ਹੈ ਉਹ ਸਾਰੀ ਡਿਟੇਲ ਰੋਮ ਵਿੱਚ ਹੀ ਪਈ ਹੁੰਦੀ ਹੈ। ਕੰਪਿਊਟਰ ਸਿਸਟਮ ਦੇ ਸਵਿਚ ਆਫ ਜਾਂ ਅਚਾਨਕ ਬਿਜਲੀ ਦੇ ਬੰਦ ਹੋਣ ਦੀ ਹਾਲਤ ਵਿੱਚ ਰੋਮ ਵਿੱਚ ਪਿਆ ਸਾਰਾ ਡਾਟਾ ਨਸ਼ਟ ਨਹੀਂ ਹੁੰਦਾ। ਰੋਮ ਨੂੰ ਰੀਪ੍ਰੋਗਰਾਮ ਕੀਤਾ ਜਾ ਸਕਦਾ ਹੈ। ਰੋਮ ਦਾ ਪੂਰਾ ਨਾਮ ਰੀਡ ਓਨਲੀ ਮੈਮਰੀ ਹੈ। ਇਸ ਤੋਂ ਇਲਾਵਾ ਜਿਹੜੇ ਰੋਮ ਦੇ ਵਿੱਚ ਜਿਹੜੀਆਂ ਸੂਚਨਾਵਾਂ ਹੈ ਜੋ ਵੀ ਇਸ ਵਿੱਚ ਡਾਟਾ ਹੁੰਦਾ ਹੈ ਉਹ ਪੱਕੇ ਤੌਰ 'ਤੇ ਸਟੋਰ ਹੁੰਦਾ ਹੈ। ਨਾ ਹੀ ਨਸ਼ਟ ਹੁੰਦਾ ਹੈ ਨਾ ਇਸ ਨੂੰ ਬਦਲਿਆ ਜਾ ਸਕਦਾ ਹੈ। ਤੇ ਰੋਮ ਵਿੱਚ ਜਿਹੜੀਆਂ ਸੂਚਨਾਵਾਂ ਹੈ ਉਹ ਕੰਪਿਊਟਰ ਨੂੰ ਬਣਾਉਣ ਟਾਈਮ ਹੀ ਇਹਦੇ ਵਿੱਚ ਪਾਤੀ ਜਾਂਦੀਆਂ ਹਨ। ਇਸ ਕਰਕੇ ਕੰਪਿਊਟਰ ਰੋਮ ਦੇ ਵਿੱਚ ਜਿਹੜੀਆਂ ਸੂਚਨਾਵਾਂ ਹੈ ਉਹਨਾਂ ਨੂੰ ਸਿਰਫ ਪੜ੍ਹ ਸਕਦਾ ਹੈ, ਉਸ ਵਿੱਚ ਕੋਈ ਵੀ ਬਦਲਾਅ ਨਹੀਂ ਕਰ ਸਕਦਾ। ਇਸ ਤੋਂ ਬਾਅਦ ਹੁਣ ਅਸੀਂ ਸੈਕੰਡਰੀ ਮੈਮਰੀ ਬਾਰੇ ਜਾਣਾਂਗੇ। ਸੈਕੰਡਰੀ ਮੈਮਰੀ ਨੂੰ ਡਾਟਾ ਜਾਂ ਸੂਚਨਾਵਾਂ ਨੂੰ ਵੱਡੀ ਮਾਤਰਾ ਵਿੱਚ ਸਟੋਰ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਆਮ ਤੌਰ 'ਤੇ ਕੰਪਿਊਟਰ ਦੇ ਨਾਲ ਬਾਹਰੀ ਤੌਰ 'ਤੇ ਅਟੈਚ ਹੁੰਦੀ ਹੈ ਅਤੇ ਇਸ ਨੂੰ ਪਰਮਾਨੈਂਟ ਮੈਮਰੀ ਜਾਂ ਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ। ਸੈਕੰਡਰੀ ਮੈਮਰੀ ਦੀ ਵਰਤੋਂ ਅਸੀਂ ਡਾਟਾ ਦਾ ਬੈਕਅਪ ਲੈਣ ਜਾਂ ਉਸ ਨੂੰ ਸਟੋਰ ਕਰਨ ਲਈ ਕਰਦੇ ਹਾਂ। ਇਸ ਤੋਂ ਇਲਾਵਾ ਸੈਕੰਡਰੀ ਮੈਮਰੀ ਨੂੰ ਅਸੀਂ ਡਾਇਰੈਕਟ ਐਕਸੈਸ ਮੈਮਰੀ ਵੀ ਕਹਿ ਸਕਦੇ ਹਾਂ। ਸੈਕੰਡਰੀ ਮੈਮਰੀ ਨੂੰ ਸਹਾਇਕ ਮੈਮਰੀ ਦੇ ਰੂਪ ਵਿੱਚ ਵੀ ਕਿਹਾ ਜਾਂਦਾ ਹੈ। ਇਸ ਵਿੱਚ ਉਹ ਸਾਰਾ ਡਾਟਾ ਸਟੋਰ ਹੁੰਦਾ ਹੈ ਜੋ ਮੌਜੂਦਾ ਸਮੇਂ ਵਿੱਚ ਕੰਪਿਊਟਰ ਦੀ ਮੁੱਢਲੀ ਸਟੋਰੇਜ ਜਾਂ ਮੇਨ ਮੈਮਰੀ ਵਿੱਚ ਨਹੀਂ ਹੁੰਦਾ। ਇਹ ਕੰਪਿਊਟਰ ਦੀ ਅਜਿਹੀ ਮੈਮਰੀ ਹੈ ਜਿਸ ਨਾਲ CPU ਦਾ ਸਿੱਧਾ ਸੰਪਰਕ ਨਹੀਂ ਹੁੰਦਾ। ਇਸ ਦੀ ਵਰਤੋਂ ਡਾਟਾ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਲਈ ਕੀਤਾ ਜਾਂਦਾ ਹੈ ਅਤੇ ਬਿਜਲੀ ਜਾਣ 'ਤੇ ਵੀ ਇਸ ਵਿੱਚ ਸਟੋਰ ਕੀਤਾ ਡਾਟਾ ਨਸ਼ਟ ਨਹੀਂ ਹੁੰਦਾ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਇਸ ਨੂੰ ਅਸੀਂ ਨੌਨ ਵੋਲਾਟਾਈਲ ਮੈਮਰੀ ਵੀ ਕਹਿੰਦੇ ਹਾਂ। ਨੌਨ ਵੋਲਾਟਾਈਲ ਮਤਲਬ ਜਿਸ ਵਿੱਚ ਡਾਟਾ ਆਪਣੇ ਆਪ ਨਸ਼ਟ ਜਾਂ ਮਿਟ ਨਹੀਂ ਸਕਦਾ। ਇਹ ਬਹੁਤ ਜ਼ਿਆਦਾ ਮਹਿੰਗੀ ਨਹੀਂ ਹੁੰਦੀ, ਇਸ ਦੀ ਸਟੋਰੇਜ ਸਮਰੱਥਾ ਜ਼ਿਆਦਾ ਹੁੰਦੀ ਹੈ। ਇਹ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਈ ਜਾ ਸਕਦੀ ਹੈ। ਜਿਵੇਂ ਕਿ ਤੁਸੀਂ ਚਿੱਤਰ ਵੀ ਦੇਖ ਰਹੇ ਹੋ, ਪਹਿਲੀ ਜਿਹੜੀ ਸਾਡੇ ਕੋਲ ਫੋਟੋ ਹੈ ਇਸ ਯੰਤਰ ਨੂੰ ਆਪਾਂ ਕਹਿੰਦੇ ਹਾਂ ਫਲੋਪੀ ਡਿਸਕ। ਇਹ ਸਾਡੇ ਕੋਲ ਹੈਗਾ ਕਾਰਡ ਰੀਡਰ ਜਾਂ SD ਕਾਰਡ। ਇਹ ਸਾਡੇ ਕੋਲ ਹੈਗੀ CD ਕੰਪੈਕਟ ਡਿਸਕ। ਇਹ ਸਾਡੇ ਕੋਲ ਹੈਗੀ ਪੈਨ ਡਰਾਈਵ। ਇਹ ਸਾਡੇ ਕੋਲ ਹੈ ਐਕਸਟਰਨਲ ਹਾਰਡ ਡਿਸਕ, ਇਸ ਨੂੰ ਆਪਾਂ ਕਹਿ ਦਿੰਦੇ ਹਾਂ ਇੰਟਰਨਲ ਹਾਰਡ ਡਿਸਕ। ਅਤੇ ਇਹ ਸਾਰੀਆਂ ਸਾਡੇ ਕੋਲ ਸੈਕੰਡਰੀ ਮੈਮਰੀ ਦੀਆਂ ਵੱਖ-ਵੱਖ ਕਿਸਮਾਂ ਹਨ। ਅੱਗੇ ਅਸੀਂ ਪੜ੍ਹਾਂਗੇ ਹੁਣ ਕੰਟਰੋਲ ਯੂਨਿਟ। ਕੰਟਰੋਲ ਯੂਨਿਟ ਨੂੰ ਨਿਯੰਤਰਣ ਪ੍ਰਣਾਲੀ ਜਾਂ ਕੇਂਦਰੀ ਕੰਟਰੋਲਰ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਸਿਸਟਮ ਦੇ ਵੱਖਰੇ ਉਪਕਰਣਾਂ ਨੂੰ ਦਿਸ਼ਾ ਨਿਰਦੇਸ਼ ਦਿੰਦਾ ਹੈ, ਜਿਵੇਂ ਕਿ ਇਨਪੁਟ ਪ੍ਰਾਪਤ ਕਰਨਾ, ਪ੍ਰੋਸੈਸਿੰਗ ਲਈ ਡਾਟਾ ਨੂੰ ਸਟੋਰ ਕਰਨ ਦੀ ਹਦਾਇਤ ਦੇਣਾ ਅਤੇ ਨਤੀਜੇ ਪੈਦਾ ਕਰਨਾ।
ਇਹ ਸਾਰੇ ਕੰਮ CPU ਵੱਲੋਂ ਕੀਤੇ ਜਾਂਦੇ ਹਨ। ਇਹ ਕਿਸੇ ਪ੍ਰੋਗਰਾਮ ਵਿੱਚ ਹਦਾਇਤਾਂ ਨੂੰ ਇੱਕ ਇੱਕ ਕਰਕੇ ਪੜ੍ਹਦਾ ਹੈ ਅਤੇ ਉਸ ਦਾ ਅਨੁਵਾਦ ਕਰਦਾ ਹੈ ਅਤੇ ਇੱਕ ਲੜੀ ਅਨੁਸਾਰ ਕੰਪਿਊਟਰ ਸਿਸਟਮ ਦੇ ਦੂਜੇ ਭਾਗਾਂ ਨੂੰ ਵੀ ਕੰਟਰੋਲ ਕਰਦਾ ਹੈ। ਉਸ ਤੋਂ ਬਾਅਦ ਅਸੀਂ ਪੜ੍ਹਾਂਗੇ ਕੰਟਰੋਲ ਯੂਨਿਟ ਦੇ ਕਿਹੜੇ ਕੰਮ ਹਨ। ਇਸ ਦੇ ਕੰਮ ਹੇਠਾਂ ਲਿਖੇ ਅਨੁਸਾਰ ਹਨ। ਹਦਾਇਤਾਂ ਲਈ ਕੋਡ ਨੂੰ ਪੜ੍ਹਨਾ, ਦਿੱਤੇ ਗਏ ਕੋਡ ਨੂੰ ਹਦਾਇਤਾਂ ਦੇਣ ਲਈ ਅਨੁਵਾਦ ਕਰਨਾ, ਅਰਥਮੈਟਿਕ ਲੌਜਿਕ ਯੂਨਿਟ ਜਾਂ ALU ਨੂੰ ਜ਼ਰੂਰੀ ਡਾਟਾ ਮੁਹੱਈਆ ਕਰਾਉਣਾ। ਤੇ 3 ਤਰ੍ਹਾਂ ਦੇ ਕੰਮ ਜਿਹੜੇ ਆ ਕੰਟਰੋਲ ਯੂਨਿਟ ਉਹ ਕਰਦਾ ਹੈ। ਉਸ ਤੋਂ ਬਾਅਦ ਅਸੀਂ ਪੜ੍ਹਾਂਗੇ ਅਰਥਮੈਟਿਕ ਲੌਜਿਕ ਯੂਨਿਟ। ਇਹ CPU ਦਾ ਤੀਸਰਾ ਯੂਨਿਟ ਸਾਡੇ ਕੋਲ ਅਰਥਮੈਟਿਕ ਲੌਜਿਕ ਯੂਨਿਟ। ਇਹ ਯੂਨਿਟ ਅੰਕ ਗਣਿਤ ਅਤੇ ਲੌਜੀਕਲ ਕੰਮ ਕਰਦਾ ਹੈ। ALU ਨੂੰ ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਜਾਂ ਬਿਲਡਿੰਗ ਬਲਾਕ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਬਲਾਕ ਵਿੱਚ ਹਦਾਇਤਾਂ ਦਾ ਪਾਲਣ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਪੜ੍ਹਾਂਗੇ ਅਰਥਮੈਟਿਕ ਲੌਜਿਕ ਯੂਨਿਟ ਕਿਹੜੇ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ ਪੂਰਨ ਅੰਕ ਅਰਥਮੈਟਿਕ ਫੰਕਸ਼ਨ, ਜਿਵੇਂ ਕਿ ਜੋੜ ਕਰਨਾ, ਘਟਾਓ ਕਰਨਾ, ਗੁਣਾ ਕਰਨਾ ਜਾਂ ਭਾਗ ਕਰਨਾ। ਇਹ ਸਾਰੇ ਕੰਮ ਪੂਰਨ ਅੰਕ ਅਰਥਮੈਟਿਕ ਫੰਕਸ਼ਨ ਦੇ ਅੰਦਰ ਆਉਂਦੇ ਹਨ। ਦੂਸਰਾ ਸਾਡੇ ਕੋਲ ਹੈਗਾ ਬਿਟਵਾਈਜ਼ ਲੌਜਿਕ ਫੰਕਸ਼ਨ, ਤੋਂ ਘੱਟ, ਤੋਂ ਵੱਧ ਜਾਂ ਬਰਾਬਰ। ਤੋਂ ਘੱਟ ਤੋਂ ਭਾਵ ਹੈ ਦੋ ਸੰਖਿਆ ਦੇ ਵਿੱਚ ਇਹ ਪਤਾ ਕਰਨਾ ਕਿ ਕਿਹੜੀ ਸੰਖਿਆ ਘੱਟ ਹੈ ਤੇ ਕਿਹੜੀ ਜ਼ਿਆਦਾ ਹੈ। ਦੂਸਰਾ ਹੈਗਾ ਤੋਂ ਵੱਧ, ਦੋ ਸੰਖਿਆ ਵਿੱਚ ਵੱਡੀ ਸੰਖਿਆ ਬਾਰੇ ਪਤਾ ਕਰਨਾ। ਤੀਸਰਾ ਹੈਗਾ ਬਰਾਬਰ, ਇਹ ਚੈੱਕ ਕਰਨਾ ਵੀ ਦੋ ਜਿਹੜੀ ਸੰਖਿਆ ਹੈ ਉਹ ਬਰਾਬਰ ਹੈ ਜਾਂ ਨਹੀਂ। ਤਾਂ ਇਸ ਤਰ੍ਹਾਂ ਦੇ ਦੋ ਜਿਹੜੇ ਫੰਕਸ਼ਨ ਆ ਉਹ ਅਰਥਮੈਟਿਕ ਲੌਜਿਕ ਯੂਨਿਟ ਵੱਲੋਂ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਹੁਣ ਅਸੀਂ ਪੜ੍ਹਾਂਗੇ ਕੰਪਿਊਟਰ ਦੀਆਂ ਕਿਸਮਾਂ। ਕੰਪਿਊਟਰ ਦੀਆਂ ਕਿਸਮਾਂ ਇਸ ਦੇ ਕਾਰਜ ਪ੍ਰਣਾਲੀ, ਆਕਾਰ ਅਤੇ ਉਦੇਸ਼ 'ਤੇ ਆਧਾਰਿਤ ਹੁੰਦੀਆਂ ਹਨ। ਇਸ ਅਨੁਸਾਰ ਕੰਪਿਊਟਰ ਨੂੰ ਅਸੀਂ 4 ਕਿਸਮਾਂ ਵਿੱਚ ਵੰਡ ਸਕਦੇ ਹਾਂ। ਪਹਿਲਾ ਸਾਡੇ ਕੋਲ ਮਾਈਕਰੋ ਕੰਪਿਊਟਰ ਜਾਂ ਪਰਸਨਲ ਕੰਪਿਊਟਰ, ਦੂਸਰਾ ਹੈਗਾ ਮਿਨੀ ਕੰਪਿਊਟਰ, ਤੀਸਰਾ ਹੈਗਾ ਮੇਨ ਫਰੇਮ ਕੰਪਿਊਟਰ, ਚੌਥਾ ਹੈਗਾ ਸਾਡੇ ਕੋਲ ਸੁਪਰ ਕੰਪਿਊਟਰ। ਜਿਵੇਂ ਕਿ ਤੁਸੀਂ ਚਿੱਤਰ 'ਚ ਦੇਖ ਰਹੇ ਹੋ, ਕੰਪਿਊਟਰ ਦੀਆਂ ਕਿਸਮਾਂ ਮਾਈਕਰੋ ਕੰਪਿਊਟਰ, ਮਿਨੀ ਕੰਪਿਊਟਰ, ਮੇਨ ਫਰੇਮ ਕੰਪਿਊਟਰ, ਸੁਪਰ ਕੰਪਿਊਟਰ। ਹੁਣ ਅਸੀਂ ਇੱਕ ਇੱਕ ਕਰਕੇ ਇਹਨੇ 4 ਕਿਸਮਾਂ ਬਾਰੇ ਜਾਣਾਂਗੇ। ਪਹਿਲੀ ਸਾਡੇ ਕੋਲ ਮਾਈਕਰੋ ਕੰਪਿਊਟਰ। ਮਾਈਕਰੋ ਕੰਪਿਊਟਰ ਦੀ ਜਿਹੜੀ ਖੋਜ ਹੈ 1970 ਵਿੱਚ ਇੰਟਲ ਵੱਲੋਂ ਮਾਈਕਰੋ ਪ੍ਰੋਸੈਸਰ ਦੀ ਖੋਜ ਕੀਤੀ ਗਈ ਸੀ, ਜਿਸ ਨਾਲ ਕੰਪਿਊਟਰ ਪ੍ਰਣਾਲੀ ਕਾਫੀ ਸਸਤੀ ਹੋ ਗਈ। ਇਹ ਕੰਪਿਊਟਰ ਇੰਨੇ ਛੋਟੇ ਹੁੰਦੇ ਸੀ ਕਿ ਇਹਨਾਂ ਨੂੰ ਡੈਸਕ 'ਤੇ ਆਸਾਨੀ ਨਾਲ ਰੱਖਿਆ ਜਾ ਸਕਦਾ ਸੀ। ਇਹਨਾਂ ਨੂੰ ਕੰਪਿਊਟਰ ਔਨ ਇਹ ਚਿਪ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਲਗਭਗ 1 ਲੱਖ ਤੱਕ ਗਣਨਾਵਾਂ ਪ੍ਰਤੀ ਸੈਕਿੰਡ ਕਰਦੇ ਹਨ। ਇਹਨਾਂ ਕੰਪਿਊਟਰਾਂ ਵਿੱਚ 8 ਬਿਟ, 16 ਬਿਟ, 32 ਬਿਟ, 64 ਬਿਟ ਮਾਈਕਰੋ ਪ੍ਰੋਸੈਸਰ ਦੀ ਵਰਤੋਂ ਕੀਤੀ ਜਾਂਦੀ ਹੈ। ਪਰਸਨਲ ਕੰਪਿਊਟਰ ਲੈਪਟਾਪ, ਪਾਮ ਟਾਪ ਮਾਈਕਰੋ ਕੰਪਿਊਟਰ ਦਾ ਹੀ ਰੂਪ ਹੈ। ਇਹਨਾਂ ਕੰਪਿਊਟਰ ਦੀ ਵਰਤੋਂ ਬਿਜ਼ਨਸ ਅਤੇ ਹੈਲਥ ਦੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਅੱਗੇ ਅਸੀਂ ਪੜ੍ਹਾਂਗੇ ਮਾਈਕਰੋ ਕੰਪਿਊਟਰ ਦੀਆਂ ਕਿਹੜੀਆਂ ਕਿਸਮਾਂ ਹਨ। ਪਹਿਲੀ ਸਾਡੇ ਕੋਲ ਲੈਪਟਾਪ, ਪਾਮ ਟਾਪ, ਟੈਬਲੇਟ, ਨੋਟਬੁੱਕ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਮਾਈਕਰੋ ਕੰਪਿਊਟਰ ਦੀਆਂ ਅਲੱਗ-ਅਲੱਗ ਕਿਸਮਾਂ ਦੇਖ ਸਕਦੇ ਹੋ। ਹੁਣ ਅਸੀਂ ਸਭ ਤੋਂ ਪਹਿਲਾਂ ਪੜ੍ਹਾਂਗੇ ਲੈਪਟਾਪ। ਇਹ ਇੱਕ ਪੋਰਟੇਬਲ ਪਰਸਨਲ ਕੰਪਿਊਟਰ ਹੁੰਦਾ ਹੈ। ਪੋਰਟੇਬਲ ਤੋਂ ਭਾਵ ਹੈ ਜਿਸ ਨੂੰ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਆਪਣੇ ਨਾਲ ਲਿਜਾਇਆ ਜਾ ਸਕਦਾ ਹੈ। ਇਹ ਵਜ਼ਨ ਵਿੱਚ ਹਲਕਾ ਅਤੇ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਇਸ ਨੂੰ ਇੱਕ ਵਿਅਕਤੀ ਆਸਾਨੀ ਨਾਲ ਆਪਣੀ ਗੋਦ ਵਿੱਚ ਰੱਖ ਕੇ ਵੀ ਚਲਾ ਸਕਦਾ ਹੈ। ਇੱਕ ਲੈਪਟਾਪ ਦੀ ਆਪਣੀ ਬੈਟਰੀ ਹੁੰਦੀ ਹੈ ਜੋ ਕਿ ਜ਼ਰੂਰਤ ਪੈਣ 'ਤੇ ਚਾਰਜ ਕੀਤੀ ਜਾ ਸਕਦੀ ਹੈ। ਇੱਕ ਵਿਅਕਤੀ ਸਫ਼ਰ ਦੌਰਾਨ ਇਸ ਨੂੰ ਨਾਲ ਲਿਜਾ ਸਕਦਾ ਹੈ। ਉਸ ਤੋਂ ਬਾਅਦ ਅਸੀਂ ਅਗਲੀ ਕਿਸਮ ਪੜ੍ਹਾਂਗੇ ਪਾਮ ਟਾਪ। ਇਸ ਕੰਪਿਊਟਰ ਦੀ ਸਕਰੀਨ ਆਕਾਰ ਵਿੱਚ ਛੋਟੀ ਹੁੰਦੀ ਹੈ ਅਤੇ ਇਸ ਦਾ ਕੀਬੋਰਡ ਵੀ ਛੋਟਾ ਹੁੰਦਾ ਹੈ।
ਇਹ ਆਕਾਰ ਵਿੱਚ ਇੰਨਾ ਛੋਟਾ ਹੁੰਦਾ ਹੈ ਕਿ ਇਸ ਨੂੰ ਆਸਾਨੀ ਨਾਲ ਹੱਥ ਵਿੱਚ ਫੜਿਆ ਵੀ ਜਾ ਸਕਦਾ ਹੈ। ਇਸ ਨੂੰ ਪਰਸਨਲ ਡਾਇਰੀ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ, ਜਿਸ ਵਿੱਚ ਮੈਸੇਜ, ਕੰਟੈਕਟ ਆਦਿ ਸਟੋਰ ਹੁੰਦੇ ਹਨ। ਉਸ ਤੋਂ ਬਾਅਦ ਅਸੀਂ ਪੜਾਂਗੇ ਟੈਬਲੇਟ। ਇਹ ਬਹੁਤ ਹੀ ਪਤਲਾ ਪੋਰਟੇਬਲ ਕੰਪਿਊਟਰ ਹੁੰਦਾ ਹੈ। ਇਸ ਨੂੰ ਆਮ ਤੌਰ ਤੇ ਬੈਟਰੀ ਨਾਲ ਸਪਲਾਈ ਦਿੱਤੀ ਜਾਂਦੀ ਹੈ। ਇਸ ਦੀ ਟੱਚ ਸਕਰੀਨ ਹੁੰਦੀ ਹੈ ਜੋ ਕਿ ਮੁੱਢਲੀ ਇੰਟਰਫੇਸ ਅਤੇ ਇਨਪੁਟ ਡਿਵਾਈਸ ਦਾ ਕੰਮ ਕਰਦੀ ਹੈ। ਅਗਲਾ ਅਸੀਂ ਪੜਾਂਗੇ ਕਿਸਮ ਨੋਟਬੁੱਕ। ਇਹ ਵੀ ਇੱਕ ਪੋਰਟੇਬਲ ਕੰਪਿਊਟਰ ਹੈ, ਪਰ ਆਕਾਰ ਵਿੱਚ ਇੱਕ ਲੈਪਟਾਪ ਤੋਂ ਵੀ ਛੋਟਾ ਹੁੰਦਾ ਹੈ। ਲੈਪਟਾਪ ਕੰਪਿਊਟਰ ਦੀ ਤਰ੍ਹਾਂ ਇਹ ਵਜ਼ਨ ਵਿੱਚ ਹਲਕਾ ਹੁੰਦਾ ਹੈ। ਇੱਕ ਨੋਟਬੁੱਕ ਦੀ ਆਪਣੀ ਬੈਟਰੀ ਹੁੰਦੀ ਹੈ ਜੋ ਕਿ ਜ਼ਰੂਰਤ ਪੈਣ 'ਤੇ ਚਾਰਜ ਵੀ ਕੀਤੀ ਜਾ ਸਕਦੀ ਹੈ। ਇੱਕ ਵਿਅਕਤੀ ਸਫ਼ਰ ਦੌਰਾਨ ਇਸ ਨੂੰ ਨਾਲ ਲਿਜਾ ਸਕਦਾ ਹੈ। ਅੱਗੇ ਅਸੀਂ ਪੜਾਂਗੇ ਹੁਣ ਮਿਨੀ ਕੰਪਿਊਟਰ। ਮਿਨੀ ਕੰਪਿਊਟਰ ਇਹ ਆਕਾਰ ਵਿੱਚ ਮੇਨ ਫਰੇਮ ਕੰਪਿਊਟਰ ਤੋਂ ਛੋਟੇ ਹੁੰਦੇ ਹਨ, ਪਰ ਮਾਈਕਰੋ ਕੰਪਿਊਟਰ ਤੋਂ ਵੱਡੇ ਹੁੰਦੇ ਹਨ। ਇਸ ਵਿੱਚ ਇੱਕ ਤੋਂ ਜ਼ਿਆਦਾ ਮਾਈਕਰੋ ਪ੍ਰੋਸੈਸਰ ਦੀ ਵਰਤੋਂ ਕੀਤੀ ਜਾਂਦੀ ਹੈ। ਮੀਡੀਅਮ ਸਾਈਜ਼ ਇਹਨਾਂ ਕੰਪਿਊਟਰ ਦੀ ਕੰਮ ਕਰਨ ਦੀ ਸਮਰੱਥਾ ਅਤੇ ਕੀਮਤ ਦੋਨੋਂ ਹੀ ਮਾਈਕਰੋ ਕੰਪਿਊਟਰ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਇਹਨਾਂ ਨੂੰ ਯੂਜ਼ਰ ਪ੍ਰਯੋਗ ਵਿੱਚ ਨਹੀਂ ਲਿਆਂਦਾ ਜਾਂਦਾ। ਇਸ ਤਰ੍ਹਾਂ ਦੇ ਕੰਪਿਊਟਰਾਂ ਵਿੱਚ ਇੱਕ ਤੋਂ ਜ਼ਿਆਦਾ ਵਿਅਕਤੀ ਇੱਕੋ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਕੰਮ ਕਰ ਸਕਦਾ ਹੈ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਮਲਟੀ ਪ੍ਰੋਸੈਸਿੰਗ। ਇਹਨਾਂ ਦੀ ਵਰਤੋਂ ਛੋਟੀ ਕੰਪਨੀਆਂ ਵਿੱਚ ਕੀਤੀ ਜਾਂਦੀ ਹੈ। ਮਿਨੀ ਕੰਪਿਊਟਰ ਦੀ ਸਪੀਡ 10 ਤੋਂ 30 ਮੈਗਾ ਇੰਸਟਰਕਸ਼ਨ ਪਰ ਸੈਕਿੰਡ ਹੁੰਦੀ ਹੈ। ਹੁਣ ਅੱਗੇ ਅਸੀਂ ਪੜਾਂਗੇ ਮੇਨ ਫਰੇਮ ਕੰਪਿਊਟਰ। ਮੇਨ ਫਰੇਮ ਕੰਪਿਊਟਰ ਆਕਾਰ ਵਿੱਚ ਬਹੁਤ ਵੱਡੇ ਹੁੰਦੇ ਹਨ ਅਤੇ ਇਹਨਾਂ ਵਿੱਚ ਮਾਈਕਰੋ ਪ੍ਰੋਸੈਸਰ ਦੀ ਜਿਹੜੀ ਸੰਖਿਆ ਹੈ ਉਹ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਤथा ਇਹਨਾਂ ਦੀ ਜਿਹੜੀ ਸਪੀਡ ਹੈ ਉਹ ਵੀ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ। ਆਮ ਤੌਰ ਤੇ ਇਹ 32 ਜਾਂ 64 ਬਿਟ ਮਾਈਕਰੋ ਪ੍ਰੋਸੈਸਰ ਦੀ ਵਰਤੋਂ ਕਰਦੇ ਹਨ। ਇਸ ਵਿੱਚ ਇੱਕੋ ਟਾਈਮ ਤੇ ਕਈ ਸਾਰੇ ਲੋਕ ਕੰਮ ਕਰ ਸਕਦੇ ਹਨ। ਸਾਈਜ਼ ਵਿੱਚ ਵੱਡੇ ਇਹਨਾਂ ਕੰਪਿਊਟਰ ਦੀ ਕੰਮ ਕਰਨ ਦੀ ਸਮਰੱਥਾ ਅਤੇ ਕੀਮਤ ਮਿਨੀ ਅਤੇ ਮਾਈਕਰੋ ਕੰਪਿਊਟਰ ਦੋਨਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਵੱਡੀ ਕੰਪਨੀ, ਬੈਂਕ ਅਤੇ ਸਰਕਾਰੀ ਵਿਭਾਗ ਵਿੱਚ ਕੇਂਦਰੀ ਕੰਪਿਊਟਰ ਦੇ ਰੂਪ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਕੰਪਿਊਟਰ ਦੀ ਵਰਤੋਂ ਲੈਣ ਦੇਣ ਦੀ ਡਿਟੇਲ ਰੱਖਣ, ਕਰਮਚਾਰੀਆਂ ਦੀ ਸੈਲਰੀ ਡਿਟੇਲ ਬਣਾਉਣ, ਗਾਹਕਾਂ ਵਿੱਚ ਖਰੀਦੀਆਂ ਗਈਆਂ ਚੀਜ਼ਾਂ ਦੀ ਡਿਟੇਲ ਰੱਖਣ ਲਈ ਵੀ ਇਸ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਜਾਣਾਂਗੇ ਸੁਪਰ ਕੰਪਿਊਟਰ। ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਕਤਵਰ ਕੰਪਿਊਟਰ ਹੈ। ਇਸ ਵਿੱਚ ਕਈ ਪ੍ਰੋਸੈਸਰ ਇੱਕੋ ਕੰਮ ਵਿੱਚ ਲੱਗੇ ਹੁੰਦੇ ਹਨ। ਇਸ ਵਿੱਚ ਮਲਟੀ ਪ੍ਰੋਸੈਸਿੰਗ ਅਤੇ ਸੇਮ ਟਾਈਮ ਤੇ ਪ੍ਰੋਸੈਸਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਸੁਪਰ ਕੰਪਿਊਟਰ ਦੇ ਲਈ ਸ਼ਬਦ ਦੀ ਲੰਬਾਈ ਹੈ ਉਹ ਹੈਗੀ ਹੈ 64 ਬਿਟ ਤੱਕ ਹੁੰਦੀ ਹੈ। ਸੁਪਰ ਕੰਪਿਊਟਰ ਸਭ ਤੋਂ ਤੇਜ਼ ਸਪੀਡ, ਭੰਡਾਰਨ ਸਮਰੱਥਾ ਅਤੇ ਉੱਚ ਦਰਜੇ ਦੇ ਕੰਪਿਊਟਰ ਹੁੰਦੇ ਹਨ। ਸੁਪਰ ਕੰਪਿਊਟਰ ਦੀ ਵਰਤੋਂ ਮੌਸਮ ਬਾਰੇ ਭਵਿੱਖਬਾਣੀ ਕਰਨ, ਐਨੀਮੇਸ਼ਨ ਬਣਾਉਣ, ਅੰਤਰਿਕਸ਼ ਯਾਤਰੀਆਂ ਨੂੰ ਅੰਤਰਿਕਸ਼ 'ਚ ਭੇਜਣ, ਵੱਡੀ ਵਿਗਿਆਨਕ ਅਤੇ ਸ਼ੋਧ ਪ੍ਰਯੋਗਸ਼ਾਲਾ ਵਿੱਚ ਸ਼ੋਧ ਅਤੇ ਖੋਜ ਕਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਕੋਲ ਪਰਮ ਅਤੇ ਪਰਮ ਦਾਸਿਆ ਨਾਂ ਦੇ ਆਪਣੇ ਸੁਪਰ ਕੰਪਿਊਟਰ ਹਨ। ਉਸ ਤੋਂ ਬਾਅਦ ਹੁਣ ਅਸੀਂ ਦੇਖਾਂਗੇ ਵੀ ਹੁਣ ਤੱਕ ਅਸੀਂ ਪਾਰਟ ਨੰਬਰ 2 'ਚ ਕੀ ਪੜ੍ਹਿਆ। ਕੰਪਿਊਟਰ ਇਨਪੁਟ ਰਾਹੀਂ ਡਾਟਾ ਦੀ ਸਹਾਇਤਾ ਸਵੀਕਾਰ ਕਰਦਾ ਹੈ। ਕੰਪਿਊਟਰ ਯੂਜ਼ਰ ਦੀ ਜ਼ਰੂਰਤ ਅਨੁਸਾਰ ਡਾਟਾ ਨੂੰ ਪ੍ਰੋਸੈਸ ਕਰਦਾ ਹੈ। ਕੰਪਿਊਟਰ ਆਉਟਪੁੱਟ ਦੇ ਤੌਰ ਤੇ ਨਤੀਜਾ ਦਿੰਦਾ ਹੈ। CPU ਦਾ ਪੂਰਾ ਨਾਮ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ। ਇੱਕ CPU ਨੂੰ ਇਸ ਦੇ ਕੰਮ ਅਨੁਸਾਰ 3 ਵੱਖਰੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਹ ਹੈ ਮੈਮਰੀ ਯੂਨਿਟ, ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ। ਉਸ ਤੋਂ ਬਾਅਦ ਕੰਟਰੋਲ ਯੂਨਿਟ ਨੂੰ ਆਮ ਤੌਰ ਤੇ ਨਿਯੰਤਰਣ ਪ੍ਰਣਾਲੀ ਜਾਂ ਕੇਂਦਰੀ ਕੰਟਰੋਲਰ ਵੀ ਕਹਿੰਦੇ ਹਨ। CPU ਨਾਲ ਸਿੱਧੇ ਤੌਰ ਤੇ ਸੰਬੰਧਿਤ ਮੈਮਰੀ ਨੂੰ ਪ੍ਰਾਇਮਰੀ ਮੈਮਰੀ ਵੀ ਕਿਹਾ ਜਾਂਦਾ ਹੈ।
ਸੈਕੰਡਰੀ ਮੈਮਰੀ ਨੂੰ ਸਹਾਇਕ ਮੈਮਰੀ ਵੀ ਕਿਹਾ ਜਾਂਦਾ ਹੈ। ਕੰਪਿਊਟਰ ਨੂੰ 4 ਕਿਸਮਾਂ ਵਿੱਚ ਵੰਡਿਆ ਜਾਂਦਾ ਹੈ: ਮਾਈਕਰੋ ਕੰਪਿਊਟਰ ਜਾਂ ਪਰਸਨਲ ਕੰਪਿਊਟਰ, ਮਿਨੀ ਕੰਪਿਊਟਰ, ਮੇਨ ਫਰੇਮ ਕੰਪਿਊਟਰ ਅਤੇ ਸੁਪਰ ਕੰਪਿਊਟਰ। ਸੁਪਰ ਕੰਪਿਊਟਰ ਸੰਸਾਰ ਵਿੱਚ ਸਭ ਕੰਪਿਊਟਰਾਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਜਾਂ ਤਾਕਤਵਰ ਕੰਪਿਊਟਰ ਹੈ। ਉਸ ਤੋਂ ਬਾਅਦ ਹੁਣ ਅਸੀਂ ਖਾਲੀ ਥਾਵਾਂ ਦੇਖਾਂਗੇ। ਡੈਸ਼ ਨੂੰ ਕੰਪਿਊਟਰ ਵਿੱਚ ਡਾਟਾ ਅਤੇ ਹਦਾਇਤਾਂ ਦਾਖਲ ਕਰਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ। ਆਪਸ਼ਨ ਹੈਗੇ ਇਨਪੁੱਟ, ਆਊਟਪੁੱਟ, CPU। ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਆਨਸਰ ਕੀ ਹੈ? ਦੇਖੋ ਇਨਪੁੱਟ। ਇਨਪੁੱਟ ਨੂੰ ਕੰਪਿਊਟਰ ਵਿੱਚ ਡਾਟਾ ਅਤੇ ਹਦਾਇਤਾਂ ਦਾਖਲ ਕਰਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ। ਅਗਲਾ ਦੂਸਰਾ ਸਾਡੇ ਕੋਲ ਪੁਆਇੰਟ ਹੈ, ਡਾਟਾ ਅਤੇ ਹਦਾਇਤਾਂ ਨੂੰ ਪੱਕੇ ਤੌਰ 'ਤੇ ਸੇਵ ਕਰਨ ਦੀ ਪ੍ਰਕਿਰਿਆ ਨੂੰ ਡੈਸ਼ ਕਿਹਾ ਜਾਂਦਾ ਹੈ। ਇਹਦੇ ਵਿੱਚ ਸਾਡੇ ਕੋਲ ਵੱਖ-ਵੱਖ ਆਪਸ਼ਨ ਹੈ: ਮੈਮਰੀ, ਸਟੋਰੇਜ, ਪ੍ਰੋਸੈਸਿੰਗ ਜਾਂ ਆਊਟਪੁੱਟ। ਇਹਦੇ ਵਿੱਚ ਸਾਡਾ ਕੋਲ ਸਹੀ ਆਨਸਰ ਕੀ ਆ? ਉਹ ਹੈਗਾ ਸਾਡੇ ਕੋਲ ਸਟੋਰੇਜ। ਡਾਟਾ ਅਤੇ ਹਦਾਇਤਾਂ ਨੂੰ ਪੱਕੇ ਤੌਰ 'ਤੇ ਸੇਵ ਕਰਨ ਦੀ ਪ੍ਰਕਿਰਿਆ ਨੂੰ ਸਟੋਰੇਜ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਤੀਸਰਾ ਪੁਆਇੰਟ ਹੈ, ਡਾਟਾ ਨੂੰ ਪ੍ਰੋਸੈਸ ਕਰਕੇ ਮਹੱਤਵਪੂਰਨ ਸੂਚਨਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਵੱਖ-ਵੱਖ ਆਪਸ਼ਨ ਹੈ: ਇਨਪੁੱਟ, ਆਊਟਪੁੱਟ, ਪ੍ਰੋਸੈਸਿੰਗ। ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਆਨਸਰ ਹੈਗਾ ਆਊਟਪੁੱਟ। ਡਾਟਾ ਨੂੰ ਪ੍ਰੋਸੈਸ ਕਰਕੇ ਮਹੱਤਵਪੂਰਨ ਸੂਚਨਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਆਊਟਪੁੱਟ ਕਿਹਾ ਜਾਂਦਾ ਹੈ। ਅੱਗੇ ਅਸੀਂ ਪੜ੍ਹਾਂਗੇ ਪ੍ਰਾਇਮਰੀ ਮੈਮਰੀ ਨੂੰ ਡੈਸ਼ ਮੈਮਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਆਪਾਂ ਹੁਣੇ ਪੜ੍ਹ ਚੁੱਕੇ ਹਾਂ। ਸੈਕੰਡਰੀ ਮੈਮਰੀ, ਮੁੱਖ ਮੈਮਰੀ, ਐਗਜ਼ੂਲਰੀ ਮੈਮਰੀ ਜਾਂ ਇਹ ਸਾਰੀ। ਸਹੀ ਆਨਸਰ ਹੈ ਸਾਡੇ ਕੋਲ ਮੁੱਖ ਮੈਮਰੀ। ਪ੍ਰਾਇਮਰੀ ਮੈਮਰੀ ਨੂੰ ਮੁੱਖ ਮੈਮਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਗਲਾ ਪੁਆਇੰਟ ਸਾਡੇ ਕੋਲ ਸੈਕੰਡਰੀ ਮੈਮਰੀ ਨੂੰ ਡੈਸ਼ ਮੈਮਰੀ ਵੀ ਕਿਹਾ ਜਾਂਦਾ ਹੈ। ਪਹਿਲਾ ਪੁਆਇੰਟ ਸਾਡੇ ਕੋਲ ਹੈ ਸੈਕੰਡਰੀ ਮੈਮਰੀ, ਮੁੱਖ ਮੈਮਰੀ, ਐਗਜ਼ੂਲਰੀ ਮੈਮਰੀ ਜਾਂ ਇਹ ਸਾਰੀ। ਸਾਡੇ ਕੋਲ ਸਹੀ ਆਨਸਰ ਹੈ ਐਗਜ਼ੂਲਰੀ ਮੈਮਰੀ। ਸੈਕੰਡਰੀ ਮੈਮਰੀ ਨੂੰ ਐਗਜ਼ੂਲਰੀ ਮੈਮਰੀ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਹੁਣ ਅਸੀਂ ਦੇਖਾਂਗੇ ਸਹੀ ਗਲਤ। ਪਹਿਲੇ ਸਾਡੇ ਕੋਲ ਸਹੀ ਗਲਤ ਹੈ, ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ। ਸਹੀ। ਦੂਸਰਾ ਸਾਡੇ ਕੋਲ ਪੁਆਇੰਟ ਹੈ, ਕੰਪਿਊਟਰ ਵਿੱਚ ਡਾਟਾ ਅਤੇ ਹਦਾਇਤਾਂ ਦਾਖਲ ਕਰਨ ਦੀ ਪ੍ਰਕਿਰਿਆ ਨੂੰ ਆਊਟਪੁੱਟ ਕਿਹਾ ਜਾਂਦਾ ਹੈ। ਗਲਤ। ਤੀਸਰਾ ਹੈ, ਪ੍ਰੋਸੈਸਿੰਗ ਦੇ ਵਿਚਲੇ ਨਤੀਜੇ ਸਟੋਰੇਜ ਵਿੱਚ ਸਟੋਰ ਹੁੰਦੇ ਹਨ। ਸਹੀ। ਚੌਥਾ ਪੁਆਇੰਟ ਹੈ, ਕੰਟਰੋਲ ਯੂਨਿਟ ਅੰਕ ਗਣਿਤ ਅਤੇ ਲੌਜੀਕਲ ਕੰਮ ਕਰਦਾ ਹੈ। ਗਲਤ। ਅਗਲਾ ਪੁਆਇੰਟ ਹੈ, ਮੈਮਰੀ ਦੋ ਤਰ੍ਹਾਂ ਦੀ ਹੁੰਦੀ ਹੈ, ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ। ਇਹ ਕੀ ਹੈ? ਇਹ ਸਹੀ ਹੈ। ਉਸ ਤੋਂ ਬਾਅਦ ਅਸੀਂ ਦੇਖਾਂਗੇ ਪੂਰੇ ਨਾਮ। CPU। CPU ਦਾ ਪੂਰਾ ਨਾਮ ਕੀ ਹੁੰਦਾ? ਸੈਂਟਰਲ ਪ੍ਰੋਸੈਸਿੰਗ ਯੂਨਿਟ। ਅਗਲਾ ਅਸੀਂ ਪੜ੍ਹਾਂਗੇ ALU। ALU ਦਾ ਪੂਰਾ ਨਾਮ ਕੀ ਹੁੰਦਾ? ਅਰਥਮੈਟਿਕ ਐਂਡ ਲੌਜਿਕ ਯੂਨਿਟ। ਤੀਸਰਾ ਸਾਡੇ ਕੋਲ ਪੁਆਇੰਟ ਹੈਗਾ CU। CU ਦਾ ਪੂਰਾ ਨਾਮ ਕੀ ਹੈ? ਕੰਟਰੋਲ ਯੂਨਿਟ। MU ਦਾ ਪੂਰਾ ਨਾਮ ਕੀ ਹੈ? ਮੈਮਰੀ ਯੂਨਿਟ। ਸ਼ੋਰਟ ਵਿੱਚ ਅਸੀਂ ਇਹਨੂੰ MU ਕਹਿੰਦੇ ਹਾਂ। ਅਗਲਾ ਹੈ RAM ਦਾ ਪੂਰਾ ਨਾਮ ਕੀ ਹੈ? ਰੈਂਡਮ ਐਕਸੈਸ ਮੈਮਰੀ। ਛੇਵਾਂ ਪੁਆਇੰਟ ਸਾਡੇ ਕੋਲ ROM ਦਾ ਪੂਰਾ ਨਾਮ ਹੈ ਰੀਡ ਓਨਲੀ ਮੈਮਰੀ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ, ਲਾਈਕ ਅਤੇ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ, ਤਾਂ ਕਿ ਇਸ ਤਰ੍ਹਾਂ ਦੀ ਹੋਰ ਵੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੇ। ਧੰਨਵਾਦ।